ਸਤਿ ਸ਼੍ਰੀ ਅਕਾਲ ਜੀ। ਆਪ ਸਭ ਜੀ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਪੋਜ਼ਿਟਿਵ ਵਾਈਬ ਪੰਜਾਬ ਦੇ ਉੱਤੇ। ਅੱਜ ਇਸ ਵੀਡੀਓ ਵਿੱਚ ਆਪਾਂ ਗੱਲ ਕਰਨੀ ਹੈ ਇੱਕ ਬਹੁਤ ਹੀ ਗੰਭੀਰ ਮਸਲੇ ਬਾਰੇ ਤੇ ਮੇਰਾ ਮੰਨਣਾ ਹੈਗਾ ਕਿ ਇੱਕ ਅਧਿਆਪਕ ਦਾ ਕੰਮ ਸਿਰਫ ਬੱਚੇ ਨੂੰ ਉਹਦਾ ਸਿਲੇਬਸ ਕਰਵਾਉਣਾ ਨਹੀਂ ਹੁੰਦਾ ਜਾਂ ਪੇਪਰ ਦਾ ਸਿਲੇਬਸ ਕਰਵਾਉਣਾ ਨਹੀਂ ਹੁੰਦਾ, ਬਲਕਿ ਉਸ ਦੀਆਂ ਜ਼ਿੰਦਗੀ ਦੀਆਂ ਕੁਝ ਜਿਹੜੀਆਂ ਦਿੱਕਤਾਂ ਹੁੰਦੀਆਂ ਨੇ, ਕੋਈ ਗੰਭੀਰ ਮਸਲੇ ਹੁੰਦੇ ਨੇ ਜਿਹਦੇ ਉੱਪਰ ਸਰਕਾਰ ਵੱਲ ਧਿਆਨ ਦਿਵਾਉਣਾ ਬਹੁਤ ਜ਼ਰੂਰੀ ਹੋ ਜਾਂਦਾ ਹੈ। ਤਾਂ ਅਜਿਹਾ ਹੀ ਇੱਕ ਮਸਲਾ ਮੇਰੇ ਵਿਦਿਆਰਥੀਆਂ ਵੱਲੋਂ ਮੈਨੂੰ 2-3 ਦਿਨ ਪਹਿਲਾਂ ਮੇਰੇ ਧਿਆਨ ਵਿੱਚ ਲਿਆਂਦਾ ਗਿਆ ਤੇ ਮੈਂ ਆਪਣਾ ਫਰਜ਼ ਸਮਝਦੇ ਹੋਏ ਮੈਂ ਆਪਣੇ ਚੈਨਲ ਦੇ ਮਾਧਿਅਮ ਦੇ ਰਾਹੀਂ ਇਹ ਮਸਲਾ ਆਪਣੇ ਸਤਿਕਾਰਯੋਗ ਮੁੱਖ ਮੰਤਰੀ ਸਾਹਿਬ ਤੇ ਆਪਣੇ ਸਤਿਕਾਰਯੋਗ ਸਿੱਖਿਆ ਮੰਤਰੀ ਸਾਹਿਬ ਤੱਕ ਪਹੁੰਚਾਉਣਾ ਚਾਹੁੰਦਾ। ਤਾਂ ਮਸਲਾ ਬਹੁਤ ਹੀ ਗੰਭੀਰ ਹੈ। ਵੀਡੀਓ ਨੂੰ ਪੂਰਾ ਸੁਣ ਲਿਓ ਤੇ ਕਿਰਪਾ ਕਰਕੇ ਆਪਣਾ ਫਰਜ਼ ਸਮਝਦੇ ਹੋਏ ਜਿੰਨੇ ਵੀ ਵਿਦਿਆਰਥੀ ਇਸ ਵੀਡੀਓ ਨੂੰ ਦੇਖ ਰਹੇ ਹੈ, ਠੀਕ ਹੈ, ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਇਹ ਆਪਣੀ ਗੱਲ ਆਪਣੀ ਸਰਕਾਰ ਤੱਕ ਪਹੁੰਚ ਸਕੇ ਤੇ ਇਸ ਸਮੱਸਿਆ ਦਾ ਜਲਦੀ ਤੋਂ ਜਲਦੀ ਕੋਈ ਹੱਲ ਹੋ ਸਕੇ। ਤਾਂ ਦੇਖੋ ਮਸਲਾ ਗੰਭੀਰ ਇਸ ਤਰ੍ਹਾਂ ਬਣ ਜਾਂਦਾ ਬੇਟੇ, ਆਪਾਂ ਇਸ ਸਮਾਜ ਦੇ ਵਿੱਚ ਰਹਿੰਦੇ ਹਾਂ। ਇਸ ਸਮਾਜ ਦੇ ਵਿੱਚ ਜਿਸ ਸਮਾਜ ਵਿੱਚ ਆਪਾਂ ਰਹਿੰਦੇ ਹਾਂ, ਆਪਾਂ ਨੂੰ ਅਲੱਗ-ਅਲੱਗ ਪ੍ਰੋਫੈਸ਼ਨ ਦੇ ਲੋਕ ਮਿਲਦੇ ਆ। ਚਾਹੇ ਕੋਈ ਉਹ ਡਾਕਟਰ ਹੈ, ਠੀਕ ਹੈ, ਆਪਾਂ ਜਾਂਦੇ ਹਾਂ ਜਦੋਂ ਆਪਾਂ ਬਿਮਾਰ-ਸ਼ਮਾਰ ਹੁੰਦੇ ਹਾਂ ਡਾਕਟਰ ਕੋਲੇ ਜਾਂਦੇ ਹਾਂ। ਚਾਹੇ ਕੋਈ ਡਾਕਟਰ ਹੈ ਜਾਂ ਆਪਾਂ ਕੋਈ ਬਿਲਡਿੰਗਾਂ ਦੇਖਦੇ ਹਾਂ, ਵੱਡੇ-ਵੱਡੇ ਫਲਾਈਓਵਰ ਦੇਖਦੇ ਹਾਂ, ਉਹਨਾਂ ਦੇ ਨਿਰਮਾਤਾ ਕੌਣ ਹੁੰਦੇ ਆ? ਇੰਜੀਨੀਅਰ ਹੁੰਦੇ ਆ। ਜਾਂ ਫਿਰ ਆਪਾਂ ਘਰਾਂ ਵਿੱਚ ਚੈਨ ਨਾਲ ਬੈਠੇ ਹੋਏ ਹਾਂ ਤਾਂ ਲਾਅ ਐਂਡ ਆਰਡਰ ਹੁੰਦਾ ਹੈ, ਇਹਨੂੰ ਮੇਨਟੇਨ ਕੌਣ ਕਰਦਾ? ਆਪਣੀ ਪੁਲਿਸ ਕਰਦੀ ਹੈ। ਤਾਂ ਕਹਿਣ ਦਾ ਮਤਲਬ ਸਮਾਜ ਦੀ ਜਿਹੜੀ ਸਿਰਜਣਾ ਹੁੰਦੀ ਹੈ, ਅਲੱਗ-ਅਲੱਗ ਪ੍ਰੋਫੈਸ਼ਨ ਦੇ ਨਾਲ ਹੁੰਦੀ ਹੈ ਤੇ ਹਰ ਇੱਕ ਪ੍ਰੋਫੈਸ਼ਨ ਦੀ ਰਿਸਪੈਕਟ ਕਰਨੀ ਬਣਦੀ ਹੈ। ਤਾਂ ਹਰੇਕ ਦਾ ਆਪਣਾ-ਆਪਣਾ ਰੋਲ ਹੁੰਦਾ ਹੈ। ਤਾਂ ਆਪਾਂ ਵੈਸੇ ਵੀ ਕਹਿ ਦਿੰਦੇ ਹਾਂ ਜਿਹੜੇ ਡਾਕਟਰ ਹੁੰਦੇ ਆ, ਦੂਜਾ ਰੱਬ ਹੀ ਹੁੰਦਾ ਹੈ, ਹਨਾ? ਤਾਂ ਕਹਿਣ ਦਾ ਮਤਲਬ ਕਿ ਸਾਰੇ ਹੀ ਜਿਹੜੇ ਰੁਤਬੇ ਹੁੰਦੇ ਆ ਬੜੇ ਰਿਸਪੈਕਟਫੁਲ ਹੈ। ਪਰ ਇਹਨਾਂ ਸਾਰਿਆਂ ਰੁਤਬਿਆਂ ਦੇ ਪਿੱਛੇ ਸਭ ਤੋਂ ਜਿਹੜਾ ਮੇਰਾ ਮੰਨਣਾ ਹੈਗਾ ਹੈ ਕਿ ਸਭ ਤੋਂ ਜਿਹੜਾ ਰਿਸਪੈਕਟਫੁਲ ਰੁਤਬਾ ਹੈਗਾ ਜਾਂ ਜਿਹੜਾ ਇਸ ਸਮਾਜ ਦੀ ਸਿਰਜਣਾ ਕਰਦਾ ਹੈ, ਉਹ ਰੁਤਬਾ ਹੈਗਾ ਜੀ ਇੱਕ ਅਧਿਆਪਕ ਦਾ। ਠੀਕ ਹੈ ਜੀ, ਇੱਕ ਅਧਿਆਪਕ ਦਾ ਰੁਤਬਾ ਸਭ ਤੋਂ ਉੱਚਾ ਹੈ ਕਿਉਂਕਿ ਇੱਕ ਅਧਿਆਪਕ ਹੁਣ ਜੇ ਕੋਈ ਮੰਨ ਲਓ ਇੰਜੀਨੀਅਰ ਬਣਦਾ ਹੈ ਤਾਂ ਉਹਦੇ ਨਾਮ ਅੱਗੇ ਇੰਜੀਨੀਅਰ ਹੁੰਦਾ ਹੈ। ਜੇ ਕੋਈ ਡਾਕਟਰ ਬਣਦਾ ਉਹਦੇ ਨਾਮ ਅੱਗੇ ਡਾਕਟਰ ਹੁੰਦਾ ਹੈ। ਤਾਂ ਕਹਿਣ ਦਾ ਮਤਲਬ ਅਧਿਆਪਕ ਦੇ ਕੋਲੇ ਕੀ ਹੁੰਦੀ ਹੈ ਜੀ, ਉਸਦੇ ਬੱਚਿਆਂ ਦੇ ਵੱਲੋਂ ਕੀਤੀਆਂ ਹੋਈਆਂ ਦੁਆਵਾਂ, ਇੱਜ਼ਤ ਹੁੰਦੀ ਹੈ ਤੇ ਇਹ ਅਧਿਆਪਕ ਸਾਰੇ ਸਮਾਜ ਦੀ ਸਿਰਜਣਾ ਕਰਦਾ ਹੈ। ਪਰ ਕਿੰਨਾ ਹੈਰਾਨੀ ਵਾਲੀ ਗੱਲ ਹੋਊਗੀ ਵੀ ਜਿਹੜਾ ਅਧਿਆਪਕ ਸਮਾਜ ਦੀ ਸਿਰਜਣਾ ਕਰਦਾ ਹੈ, ਉਸ ਨੂੰ ਮਤਲਬ ਚੁਣਨ ਵਾਸਤੇ ਜਿਵੇਂ ਹੁਣ ਮੰਨ ਲਓ ਹਰੇਕ ਬੰਦਾ ਅਧਿਆਪਕ ਨਹੀਂ ਬਣ ਸਕਦਾ। ਹੁਣ ਹਜ਼ਾਰਾਂ ਨੌਜਵਾਨ ਜਿਹੜੇ ਹੈਗੇ ਆ ਅਧਿਆਪਕ ਬਣਨ ਵਾਸਤੇ ਡਿਗਰੀਆਂ ਕਰਦੇ ਨੇ ਆਪਣੀਆਂ, ਠੀਕ ਹੈ ਜੀ, ਪਰ ਇਹ ਤਾਂ ਨਹੀਂ ਹੈਗਾ ਵੀ ਹਰੇਕ ਬੰਦਾ ਹੀ ਅਧਿਆਪਕ ਬਣ ਜਾਊਗਾ। ਕੋਈ ਨਾ ਕੋਈ ਪੈਮਾਨਾ ਤਾਂ ਸੈੱਟ ਕਰਨਾ ਹੀ ਪੈਂਦਾ ਹੈ। ਤਾਂ ਇਸ ਤਰ੍ਹਾਂ ਦਾ ਹੀ ਇੱਕ ਐਂਟਰੈਂਸ ਐਗਜ਼ਾਮ ਹੁੰਦਾ ਹੈ ਪੰਜਾਬ ਦੇ ਵਿੱਚ, ਜੇ ਕਿਸੇ ਨੂੰ ਪਤਾ ਹੋਵੇ ਤਾਂ ਟੈਟ ਦਾ ਐਗਜ਼ਾਮ ਹੁੰਦਾ ਜਿਹਨੂੰ ਬੋਲਦੇ ਆ ਟੀਚਰ ਐਲੀਜੀਬਿਲਟੀ ਟੈਸਟ, ਠੀਕ ਹੈ, ਜਿਹਨੂੰ ਪੀਟੈਟ ਵੀ ਬੋਲ ਦਿੰਦੇ ਆ, ਪੰਜਾਬ ਟੀਚਰ ਐਲੀਜੀਬਿਲਟੀ ਟੈਸਟ ਕਹਿ ਦਿੰਦੇ ਆ। ਤਾਂ ਪੰਜਾਬ ਸਟੇਟ ਟੀਚਰ ਐਲੀਜੀਬਿਲਟੀ ਟੈਸਟ। ਹੁਣ ਪਿੱਛੇ ਜੇ ਤੁਸੀਂ ਸਾਰਿਆਂ ਨੇ ਸੁਣਿਆ ਹੋਊਗਾ, ਨਿਊਜ਼ ਦੇ ਵਿੱਚ ਬਹੁਤ ਆਇਆ ਤੇ ਮੁੱਖ ਮੰਤਰੀ ਸਾਹਿਬ ਜੀ ਨੇ ਵੀ ਟਵੀਟ ਕਰਕੇ ਕਾਫ਼ੀ ਮਤਲਬ ਕਿ ਇਸ ਮੁੱਦੇ ਨੂੰ ਚੱਕਿਆ। ਤਾਂ ਪੀਟੈਟ 2 ਦੇ ਪੇਪਰ ਦੇ ਵਿੱਚ ਕੀ ਹੋਇਆ ਸੀਗਾ ਵੀ ਜਿਹੜੀਆਂ ਆਂਸਰ ਕੀ ਸੀਗੀਆਂ, ਉਹ ਪੇਪਰ ਦੇ ਵਿੱਚ ਹੀ ਹਾਈਲਾਈਟ ਕੀਤੀਆਂ ਪਈਆਂ ਸੀ, ਜਿਹਦੇ ਕਰਕੇ ਪੇਪਰ ਉਸੇ ਦਿਨ ਕੈਂਸਲ ਕਰਨਾ ਪਿਆ ਕਿਉਂਕਿ ਕੈਂਸਲ ਕਰਨਾ ਵੀ ਬਣਦਾ ਸੀਗਾ। ਪਰ ਉਹਦੇ ਵਿੱਚ ਬਹੁਤ ਸਾਰੇ ਵਿਦਿਆਰਥੀਆਂ ਦਾ ਨੁਕਸਾਨ ਹੋਇਆ। ਦੂਰੋਂ ਦੁਰਾਡੋਂ ਵਿਦਿਆਰਥੀ ਚੱਲ ਕੇ ਮੈਨੂੰ ਲੱਗਦਾ ਚੰਡੀਗੜ੍ਹ, ਅੰਮ੍ਰਿਤਸਰ ਜਿੱਥੇ ਵੀ ਉਹਨਾਂ ਦੇ ਸੈਂਟਰ ਬਣੇ ਸੀ ਗਏ ਸੀਗੇ। ਤਾਂ ਕਹਿਣ ਦਾ ਭਾਵ ਕੀ ਹੈ, ਵਿਦਿਆਰਥੀਆਂ ਦਾ ਵੀ ਨੁਕਸਾਨ ਹੋਇਆ ਤੇ ਜਿਨ੍ਹਾਂ ਨੇ ਪੇਪਰ ਕਰਵਾਇਆ ਸੀਗਾ ਉਹਨਾਂ ਦਾ ਵੀ ਨੁਕਸਾਨ ਹੋਇਆ ਹੋਊਗਾ। ਤਾਂ ਅਜਿਹੀਆਂ ਕੁਛ ਕੁਤਾਹੀਆਂ ਆਪਾਂ ਨੂੰ ਦੇਖਣ ਨੂੰ ਮਿਲੀਆਂ ਸੀ ਪੀਟੈਟ 2 ਦੇ ਵਿੱਚ। ਪਰ ਉੱਥੇ ਇੱਕ ਬਹੁਤ ਹੈਰਾਨੀ ਵਾਲੀ ਗੱਲ ਹੈ, ਜਿੱਥੇ ਪੀਟੈਟ 2 ਕੈਂਸਲ ਹੋਇਆ ਬਟ ਪੀਟੈਟ 1, ਇਹਦੇ 2 ਪੇਪਰ ਹੁੰਦੇ ਆ ਬੇਟੇ। ਜਿਹੜਾ ਪੀਟੈਟ 1 ਪੇਪਰ ਹੋਇਆ ਸੀਗਾ ਉਹਦੇ ਵਿੱਚ ਵੀ ਬਹੁਤ ਸਾਰੀਆਂ ਖਾਮੀਆਂ ਸੀਗੀਆਂ ਜਿਹੜੀਆਂ ਕਿ ਸ਼ਾਇਦ ਸਰਕਾਰ ਦੇ ਧਿਆਨ ਵਿੱਚ ਨਹੀਂ ਆਈਆਂ ਤੇ ਜਿਹਦੇ ਕਰਕੇ ਉਹ ਪੇਪਰ ਕੈਂਸਲ ਨਹੀਂ ਹੋਇਆ। ਹੁਣ ਇਹ ਮੈਂ ਨਹੀਂ ਕਹਿੰਦਾ ਵੀ ਪੇਪਰ ਕੈਂਸਲ ਹੋਣਾ ਚਾਹੀਦਾ, ਮੈਂ ਸਿਰਫ ਤੁਹਾਨੂੰ ਮੁੱਦੇ ਵੱਲ ਲੈ ਕੇ ਜਾਣਾ ਚਾਹੁੰਦਾ। ਬਾਕੀ ਤੁਸੀਂ ਕਮੈਂਟ ਕਰਕੇ ਦੱਸਣਾ ਵੀ ਪੇਪਰ ਕੈਂਸਲ ਹੋਣਾ ਚਾਹੀਦਾ ਜਾਂ ਨਹੀਂ ਹੋਣਾ ਚਾਹੀਦਾ। ਤਾਂ ਗੱਲ ਕਰਦੇ ਹਾਂ ਜੀ, ਜਿਹੜਾ ਪੀਟੈਟ 1 ਹੋਇਆ ਬੇਟੇ, ਪੀਟੈਟ 1 ਦਾ ਇਹ ਪੇਪਰ ਹੈ। ਸਭ ਤੋਂ ਵੱਡੀ ਜਿਹੜੀ ਇਹਦੇ ਵਿੱਚ ਖਾਮੀ ਪਾਈ ਗਈ ਹੈ ਉਹ ਹੈਗੀ ਹੈ ਜੀ, ਜਦੋਂ ਵੀ ਆਪਾਂ ਕੋਈ ਪੇਪਰ ਦਿੰਦੇ ਹਾਂ ਇੱਥੇ ਸੀਲ ਲੱਗੀ ਹੁੰਦੀ ਹੈ। ਉਸ ਸੀਲ ਦਾ ਮਤਲਬ ਇਹ ਹੁੰਦਾ ਕਿ ਵਿਦਿਆਰਥੀ ਨੂੰ ਭਰੋਸਾ ਹੁੰਦਾ ਹੈ ਕਿ ਜਿਹੜਾ ਇਹ ਪੇਪਰ ਸਾਡੇ ਕੋਲੇ ਆ ਰਿਹਾ ਹੈ ਤਾਂ ਉਹ ਸੀਲ ਹਮੇਸ਼ਾ 2 ਵਿਦਿਆਰਥੀ ਜਾਂ 3 ਵਿਦਿਆਰਥੀਆਂ ਦੀ ਮੌਜੂਦਗੀ ਦੇ ਵਿੱਚ ਖੋਲੀ ਜਾਂਦੀ ਹੈ ਐਗਜ਼ਾਮ ਦੇ ਸੁਪਰਡੈਂਟ ਵੱਲੋਂ, ਠੀਕ ਹੈ, ਕਿਉਂਕਿ ਮੈਂ ਵੀ ਹਜ਼ਾਰਾਂ ਪੇਪਰ ਦਿੱਤੇ ਆ, ਇਹ ਚੀਜ਼ ਦਾ ਮੈਨੂੰ ਪਤਾ ਹੈ। ਤਾਂ ਕਹਿਣ ਦਾ ਮਤਲਬ ਕਿ ਇਸ ਪੇਪਰ ਦੇ ਉੱਪਰ ਕੋਈ ਵੀ ਸੀਲ ਨਹੀਂ ਸੀਗੀ ਤੇ ਜਿਸ ਕਰਕੇ ਆਪਾਂ ਇਹ ਭਰੋਸਾ ਨਹੀਂ ਕਰ ਸਕਦੇ ਵੀ ਪੇਪਰ ਐਗਜ਼ਾਮੀਨੇਸ਼ਨ ਸੈਂਟਰ ਦੇ ਵਿੱਚ ਆਉਣ ਤੋਂ ਪਹਿਲਾਂ ਕਿ ਖੁੱਲਿਆ ਹੋ ਸਕਦਾ ਜਾਂ ਨਹੀਂ ਹੋ ਸਕਦਾ, ਹਨਾ? ਇਹ ਤਾਂ ਹੁਣ ਰੱਬ ਹੀ ਜਾਣਦਾ ਜਾਂ ਫਿਰ ਉਹ ਅਥਾਰਟੀ ਜਾਣਦੀ ਹੈ ਜਿਨ੍ਹਾਂ ਨੇ ਇਹ ਪੇਪਰ ਕੰਡਕਟ ਕਰਵਾਇਆ। ਤਾਂ ਤੁਹਾਨੂੰ ਕਈਆਂ ਨੂੰ ਐਂ ਹੋਊਗਾ ਵੀ ਸਰ ਸੀਲ ਦੀ ਜਗ੍ਹਾ ਤੇ ਇੱਥੇ ਸੈਲੋ ਟੇਪ ਲੱਗੀ ਸੀ।
ਸੈਲੋ ਟੇਪ ਕੋਈ ਅਥੈਂਟਿਸਿਟੀ ਨਹੀਂ ਬਿਆਨ ਕਰਦੀ। ਸੀਲ ਤੁਹਾਨੂੰ ਮੈਂ ਦਿਖਾ ਦਿੰਦਾ, ਅਸੀਂ ਹਜ਼ਾਰਾਂ ਪੇਪਰ ਦਿੱਤੇ, ਮੇਰੇ ਕੋਲ ਹਜ਼ਾਰਾਂ ਪੇਪਰ ਸੇਵ ਵੀ ਹੈਗੇ ਆ। ਤਾਂ ਇਸ ਤਰ੍ਹਾਂ ਦੀ ਇੱਕ ਸੀਲ ਲੱਗੀ ਹੁੰਦੀ ਹੈ ਬੇਟੇ। ਇਸ ਸੀਲ ਦਾ ਮਤਲਬ ਹੁੰਦਾ ਕਿ ਇਹ ਪੇਪਰ ਕੀ ਹੈ ਜੀ, ਸਿਕਿਉਰ ਹੈ ਜਦ ਤੱਕ ਇਹ ਐਗਜ਼ਾਮੀਨੇਸ਼ਨ ਸੈਂਟਰ ਤੱਕ ਨਹੀਂ ਪਹੁੰਚਦਾ। ਪਰ ਜੇ ਤੁਹਾਨੂੰ ਮੈਂ ਥੋੜਾ ਜਿਹਾ ਜ਼ੂਮ ਕਰਕੇ ਦਿਖਾ ਦਿੰਦਾ, ਇਸ ਤਰ੍ਹਾਂ ਦੇ ਉੱਪਰ ਲਿਖਿਆ ਵੀ ਹੁੰਦਾ ਸੀਲ। ਠੀਕ ਹੈ ਜੀ, ਮੰਨ ਲਓ ਆਪਾਂ ਇਹਨੂੰ ਇੱਕ ਵਾਰੀ ਖੋਲ ਦਾਂਗੇ ਤਾਂ ਦੁਬਾਰਾ ਨਹੀਂ ਜੋੜ ਸਕਦੇ। ਤਾਂ ਸੈਲੋ ਟੇਪ ਨੂੰ ਤਾਂ ਜਦੋਂ ਮਰਜ਼ੀ ਖੋਲ ਕੇ ਆਪਾਂ ਜੋੜ ਸਕਦੇ ਹਾਂ। ਤੇ ਕਹਿਣ ਦਾ ਮਤਲਬ ਪਹਿਲੀ ਖਾਮੀ ਤਾਂ ਇਹੀ ਸੀਗੀ ਇਸ ਪੇਪਰ ਦੇ ਵਿੱਚ, ਕਿ ਇਸ ਪੇਪਰ ਦੇ ਵਿੱਚ ਕੀ ਸੀਗਾ ਜੀ, ਨਾ ਤਾਂ ਕੋਈ ਸੀਲ ਸੀਗੀ। ਠੀਕ ਹੈ ਜੀ, ਪਹਿਲੀ ਖਾਮੀ ਤੁਹਾਡੇ ਸਾਹਮਣੇ ਮੈਂ ਦੱਸਤੀ। ਹੁਣ ਦੂਜੀ ਖਾਮੀ ਤੁਹਾਨੂੰ ਮੈਂ ਦੱਸਦਾ, ਜਿਹੜੀ ਕਿ ਸਭ ਤੋਂ ਵੱਡੀ ਹੈ, ਜਿਹਦੇ ਕਰਕੇ ਬੱਚਾ ਬਹੁਤ ਜ਼ਿਆਦਾ ਪੈਨਿਕ ਹੋਇਆ। ਹੁਣ ਪੇਪਰ ਦੇ ਵਿੱਚ ਪਹਿਲੇ ਪੇਜ ਦੇ ਉੱਪਰ ਆਪਣੇ 7 ਜਾਂ 9 ਕੁਐਸਚਨ ਸੀਗੇ, ਤਾਂ ਕੋਈ ਚੱਕਰ ਨਹੀਂ ਹੈਗਾ, ਬਹੁਤ ਵਧੀਆ। ਪਰ ਜਿਵੇਂ ਹੀ ਬੱਚਾ ਦੂਜਾ ਪੇਜ ਖੋਲਦਾ ਹੈ, ਤਾਂ ਉਹ ਕੀ ਦੇਖਦਾ ਕਿ ਉਸ ਪੇਜ ਬਿਲਕੁਲ ਬਲੈਂਕ ਹੁੰਦਾ, ਤੇ ਜਿਹੜੇ ਉਸ ਪੇਜ ਦੇ ਉੱਪਰ 10 ਨੰਬਰ 11 12 13 ਤੋਂ ਲੈ ਕੇ 18 ਨੰਬਰ ਤੱਕ ਕੁਐਸਚਨ ਹੁੰਦੇ ਆ, ਉਹ ਗਾਇਬ ਹੀ ਹੁੰਦੇ ਆ। ਤਾਂ ਹੁਣ ਤੁਹਾਨੂੰ ਵੀ ਪਤਾ ਬੇਟੇ, ਪੇਪਰ ਦੇ ਵਿੱਚ ਕਹਿੰਦੇ ਬੂੰਦ ਬੂੰਦ ਨਾਲ ਘੜਾ ਭਰਦਾ, ਇੱਕ ਇੱਕ ਨੰਬਰ ਸਹੀ ਹੁੰਦਾ। ਮੇਰੇ ਕੋਲੇ ਅਜਿਹੇ ਬੱਚੇ ਬੈਠੇ ਆ, ਜੇ ਪੇਪਰ 'ਚ ਨੈਗੇਟਿਵ ਮਾਰਕਿੰਗ ਹੁੰਦੀ ਆ 65 ਤੋਂ 75 ਤੋਂ ਹਜ਼ਾਰਾਂ ਨੌਜਵਾਨ ਰਹਿ ਜਾਂਦੇ ਆ ਪੇਪਰ ਕਲੀਅਰ ਕਰਨ ਬਾਝੋਂ। ਤਾਂ ਕਹਿਣ ਦਾ ਮਤਲਬ ਇੱਕ ਇੱਕ ਨੰਬਰ ਸਹੀ ਹੁੰਦਾ। ਹੁਣ ਜਿਹੜੇ ਬੱਚੇ ਦੇ ਵਿਚਾਰੇ ਦੇ 9 ਨੰਬਰ ਹੀ ਚਲੇ ਗਏ, ਦੇਖੋ ਉਹ ਕੀ ਪੇਪਰ ਦੇ ਵਿੱਚ ਵਿਚਾਰਾ ਕਰੂਗਾ। ਮੰਨ ਲਓ ਉਹਨੂੰ ਪੇਪਰ ਆਉਂਦਾ ਵੀ ਹੋਊਗਾ ਤਾਂ 9 ਨੰਬਰ ਸਿੱਧਾ ਹੀ ਪਿੱਛੇ ਚਲਾ ਗਿਆ। ਹੁਣ ਮੈਂ ਇਹ ਨਹੀਂ ਕਹਿੰਦਾ ਵੀ ਸਾਰੇ ਪੇਪਰਾਂ ਵਿੱਚ ਮਿਸਿੰਗ ਸੀਗਾ, ਮਤਲਬ ਲਗਭਗ ਜ਼ਿਆਦਾ ਪੇਪਰਾਂ ਵਿੱਚ ਇਹ ਚੀਜ਼ ਮਿਸਿੰਗ ਸੀਗੀ। ਹੁਣ ਉੱਥੇ ਕੀਤਾ ਕੀ ਗਿਆ, ਜਦੋਂ ਬੱਚਿਆਂ ਨੇ ਧਿਆਨ ਵਿੱਚ ਲਿਆਂਦਾ ਤਾਂ ਉਹਨਾਂ ਨੇ ਇੱਕ ਫੋਟੋ ਸਟੇਟ ਕਰਵਾ ਕੇ ਦੇਤੀ। ਹੁਣ ਮੰਨ ਲਓ ਪੇਪਰ ਐਗਜ਼ਾਮੀਨੇਸ਼ਨ ਸੈਂਟਰ ਤੋਂ ਬਾਹਰ ਜਾ ਰਿਹਾ ਫੋਟੋ ਸਟੇਟ ਹੋਣ ਵਾਸਤੇ, ਤਾਂ ਹੁਣ ਉਹਦੀ ਸਿਕਿਉਰਿਟੀ ਦੇਖ ਲਓ ਕਿੰਨੀ ਕੁ ਹੋਊਗੀ ਪੇਪਰ ਦੀ। ਠੀਕ ਹੈ, ਅਥੈਂਟਿਸਿਟੀ ਕਿੰਨੀ ਕੁ ਰਹਿ ਗਈ ਹੋਊਗੀ ਪੇਪਰ ਦੀ। ਤਾਂ ਕਹਿਣ ਦਾ ਮਤਲਬ ਇਹ ਹੈਗੀ ਆ ਜੀ ਦੂਜੀ ਖਾਮੀ। ਹੁਣ ਤੀਜੀ ਸਭ ਤੋਂ ਵੱਡੀ ਖਾਮੀ, ਜਿਹੜੀ ਕਿ ਬਹੁਤ ਹੀ ਸ਼ਰਮਨਾਕ ਮੈਂ ਮੰਨਦਾ, ਕਿਉਂਕਿ ਆਪਾਂ ਪੰਜਾਬ 'ਚ ਰਹਿੰਦੇ ਆ, ਤੇ ਪਿੱਛੇ ਜੇ ਮੁੱਖ ਮੰਤਰੀ ਸਾਹਿਬ ਜੀ ਨੇ ਬਹੁਤ ਵਧੀਆ ਉਪਰਾਲਾ ਵੀ ਕੀਤਾ ਹੈ। ਪੰਜਾਬ ਦੇ ਪੇਪਰਾਂ ਦੇ ਵਿੱਚ ਪੰਜਾਬੀ ਦਾ ਪੇਪਰ ਕੁਆਲੀਫਾਈ ਕਰਨ ਵਾਸਤੇ ਰੱਖਿਆ ਗਿਆ। ਬਾਕੀ ਬੋਰਡ ਦੇ ਮਤਲਬ ਜਿੰਨੇ ਵੀ ਦੁਕਾਨਾਂ ਹੈਗੀਆਂ ਨੇ ਪੰਜਾਬੀ ਨੂੰ ਪ੍ਰਮੋਟ ਕਰਨ ਵਾਸਤੇ, ਮੁੱਖ ਮੰਤਰੀ ਸਾਹਿਬ ਜੀ ਨੇ ਬੋਰਡ ਦੁਕਾਨਾਂ ਦੇ ਪੰਜਾਬੀ 'ਚ ਲਗਵਾਉਣ ਦੀ ਵੀ ਅਪੀਲ ਕੀਤੀ ਹੈ। ਜਾਣੀ ਕਿ ਪੰਜਾਬੀ ਨੂੰ ਆਪਾਂ ਉੱਪਰ ਉਠਾ ਰਹੇ ਹਾਂ, ਤਾਂ ਬਹੁਤ ਵਧੀਆ ਗੱਲ ਹੈ। ਬਟ ਹੁਣ ਪੰਜਾਬ ਦੇ ਵਿੱਚ ਪੇਪਰ ਹੋਣ ਜਾ ਰਿਹਾ, ਹੁਣ ਜਿਹੜੇ ਅਧਿਆਪਕ ਹੈਗੇ ਉਹਨਾਂ ਨੇ ਪੰਜਾਬ ਦੇ ਸਰਕਾਰੀ ਸਕੂਲਾਂ 'ਚ ਪੜ੍ਹਾਉਣਾ ਹੈ, ਤਾਂ ਸਰਕਾਰੀ ਸਕੂਲਾਂ 'ਚ ਅੰਗਰੇਜ਼ੀ 'ਚ ਤਾਂ ਪੜ੍ਹਾਉਣੋ ਰਹੇ, ਕੀ 'ਚ ਪੜ੍ਹਾਉਣਗੇ, ਆਪਣੀ ਮਾਂ ਬੋਲੀ ਪੰਜਾਬੀ 'ਚ ਪੜ੍ਹਾਉਣਗੇ। ਹੁਣ ਜਿਹੜੇ ਬੱਚੇ ਮੰਨ ਲਓ ਹੁਣ ਮੈਂ ਤਿਆਰੀ ਕਰਕੇ ਜਾ ਰਿਹਾ, ਮੈਂ ਪੰਜਾਬ ਦੇ ਸਕੂਲਾਂ 'ਚ ਪੜ੍ਹਾਉਣਾ, ਤਾਂ ਜਿਹੜਾ ਪੇਪਰ ਹੋਣਾ ਮੈਂ ਹਮੇਸ਼ਾ ਪੰਜਾਬੀ ਨੂੰ ਕੀ ਕਰੂੰਗਾ, ਰੀਡ ਕਰੂੰਗਾ। ਤੇ ਇਸ ਪੇਪਰ ਦੇ ਵਿੱਚ ਤੀਜੀ ਸਭ ਤੋਂ ਵੱਡੀ ਜਿਹੜੀ ਖਾਮੀ ਮੈਨੂੰ ਲੱਗੀ ਹੈ, ਕਿ ਪੰਜਾਬੀ ਦੇ ਜ਼ਿਆਦਾਤਰ ਮਤਲਬ ਮੈਂ ਹੁਣ ਤੁਹਾਨੂੰ ਥੋੜੀਆਂ ਫੋਟੋਆਂ ਦਿਖਾ ਰਿਹਾ, ਲਗਭਗ ਮੇਰੇ ਕੋਲੇ 10-12 ਫੋਟੋਆਂ ਪਈਆਂ ਨੇ, ਤਾਂ ਪੰਜਾਬੀ ਦੀਆਂ ਸਟੇਟਮੈਂਟ ਲਗਭਗ ਸਾਰੀਆਂ ਗਲਤ ਸੀਗੀਆਂ। ਮਤਲਬ ਕਹਿਣ ਦਾ ਮਤਲਬ ਜਿਹੜੀ ਸੰਸਥਾ ਇਹ ਪੇਪਰ ਕੰਡਕਟ ਕਰਵਾ ਰਹੀ ਆ, ਹੁਣ ਤੁਸੀਂ ਆਪ ਹੀ ਦੇਖ ਲਓ ਵੀ ਪੰਜਾਬੀ ਕਿਸ ਲੈਵਲ ਦੀ ਲਿਖੀ ਹੋਈ ਹੈ। ਤਾਂ ਇੱਥੇ ਮਿਸ਼ਰਤ ਦੇ ਸਪੈਲਿੰਗ ਦੇਖ ਲਓ। ਠੀਕ ਹੈ ਜੀ, ਇੱਥੇ ਦੇਖੋ ਮਿਸ਼ਰਤ ਦੇ ਸਪੈਲਿੰਗ ਕੀ ਲਿਖੇ ਹੋਏ ਹੈ। ਠੀਕ ਹੈ, ਜਿਵੇਂ ਹੁਣ ਇੱਥੇ ਇਹ ਕੰਪਾਊਂਡ ਇੰਟਰਸਟ ਦਾ ਕੀ ਹੈ, ਮਤਲਬ ਸਵਾਲ ਹੈਗਾ, ਤਾਂ ਇੱਥੇ ਮਿਸ਼ਰਤ ਵਿਆਜ ਬਾਰੇ ਲਿਖਣਾ ਸੀਗਾ, ਸਾਲਾਨਾ ਮਿਸ਼ਰਤ ਵਿਆਜ, ਤਾਂ ਮਿਸ਼ਰਤ ਦੇ ਸਪੈਲਿੰਗ ਆਪ ਤੁਸੀਂ ਦੇਖ ਸਕਦੇ ਹੋ। ਇਸ ਤੋਂ ਇਲਾਵਾ ਇੱਥੇ ਦੇਖੋ ਜੀ ਗਣਿਤ ਦੇ ਸਪੈਲਿੰਗ ਦੇਖ ਲਓ ਹੁਣ। ਠੀਕ ਹੈ, ਗਣਿਤ ਕਰੋ। ਠੀਕ ਹੈ ਜੀ, ਸਕੂਲ ਵਿੱਚ ਵਿਗਿਆਨ ਦੇ ਸਪੈਲਿੰਗ ਦੇਖ ਲਓ, ਵਿਦਿਆਰਥੀਆਂ ਦੀ ਸਪੈਲਿੰਗ ਦੇਖ ਲਓ, ਅਜਿਹੀਆਂ ਦੇ ਸਪੈਲਿੰਗ ਦੇਖ ਲਓ, ਦੀਆਂ ਦੇ ਦੇਖ ਲਓ, ਨਿਰੀਖਣਾਂ ਦੇ ਦੇਖ ਲਓ। ਕਹਿਣ ਦਾ ਮਤਲਬ ਇਹ ਚੀਜ਼ਾਂ ਹੈ ਬਹੁਤ ਬਰੀਕੀਆਂ ਛੋਟੀਆਂ ਨੇ, ਪਰ ਟਾਈਮ ਖਰਾਬ ਕਰਦੀਆਂ ਨੇ। ਹੁਣ ਮੰਨ ਲਓ ਇੱਕ ਸਟੇਟਮੈਂਟ ਬਿਲਕੁਲ ਕਰੈਕਟ ਆ, ਬੱਚੇ ਨੇ ਪੜ੍ਹ ਲੈਣੀ ਹੈ, ਤਾਂ ਜਿੱਥੇ ਹੁਣ ਇੱਕ ਸਟੇਟਮੈਂਟ ਗਲਤ ਆ, ਬੱਚੇ ਨੂੰ 1-2 ਸੈਕਿੰਡ ਜਾਂ 10 ਸੈਕਿੰਡ ਵੱਧ ਲੱਗ ਸਕਦੇ ਵੀ ਯਾਰ ਇਹ ਲਿਖਿਆ ਕੀ ਹੈ, ਵੀ ਇਹਦੀ ਤੁਕ ਕੀ ਬਣਦੀ ਹੈ, ਤਾਂ ਬੱਚੇ ਦਾ ਟਾਈਮ ਵੀ ਖਰਾਬ ਹੋਊਗਾ। ਤਾਂ ਜਦ ਆਪਾਂ ਸੰਸਥਾ ਨੂੰ ਦੇਖੋ, ਬੱਚਾ ਪੇਪਰ ਭਰਨ ਟਾਈਮ ਜਿਹੜੀ ਫੀਸ ਦਿੰਦਾ, ਉਹ ਕਾਹਦੇ ਵਾਸਤੇ ਦਿੰਦਾ, ਵੀ ਜਿਹੜਾ ਪੇਪਰ ਆ ਫੇਅਰ ਕੰਡਕਟ ਕਰਵਾਇਆ ਜਾਵੇ। ਉਹਦੇ ਵਿੱਚ ਜਿੱਥੇ ਪੇਪਰ ਹੋਣ ਜਾ ਰਿਹਾ ਉੱਥੇ ਪਾਣੀ ਦਾ, ਬਾਥਰੂਮ ਦਾ ਪ੍ਰਬੰਧ ਹੋਵੇ। ਹੁਣ ਪਿੱਛੇ ਜੇ ਕਈ ਪੇਪਰਾਂ ਵਿੱਚ ਅਸੀਂ ਇਹ ਦੇਖਿਆ ਵੀ ਨਾ ਬਾਥਰੂਮ ਦਾ ਪ੍ਰਬੰਧ ਸੀ, ਨਾ ਪਾਣੀ ਦਾ ਪ੍ਰਬੰਧ ਸੀਗਾ। ਤੇ ਜਿਹੜੇ ਮਾਪੇ ਨਾਲ ਜਾਂਦੇ ਆ, ਤਾਂ ਉਹਨਾਂ ਵਾਸਤੇ ਚਲੋ ਕੀ ਪ੍ਰਬੰਧ ਹੋਣਾ, ਬੱਚਿਆਂ ਵਾਸਤੇ ਪ੍ਰਬੰਧ ਨਹੀਂ ਹੈਗਾ ਗਾ। ਤਾਂ ਨਾ ਉੱਥੇ ਐਗਜ਼ਾਮੀਨੇਸ਼ਨ ਸੈਂਟਰ ਦੇ ਵਿੱਚ ਕਲੌਕ ਹੁੰਦੇ ਆ। ਕਹਿਣ ਦਾ ਮਤਲਬ ਬਹੁਤ ਸਾਰੀਆਂ ਤਰੁੱਟੀਆਂ ਹੁੰਦੀਆਂ। ਚਲੋ ਉਹ ਤਰੁੱਟੀਆਂ ਨੂੰ ਆਪਾਂ ਇਗਨੋਰ ਵੀ ਕਰ ਸਕਦੇ ਹਾਂ, ਕਿਉਂਕਿ ਮੇਨ ਜੇ ਆਪਣਾ ਪੇਪਰ ਹੀ ਨਹੀਂ ਸਹੀ ਹੋ ਰਿਹਾ, ਤਾਂ ਫਿਰ ਉਹ ਚੀਜ਼ਾਂ ਬਹੁਤ ਛੋਟੀਆਂ ਹੋ ਜਾਂਦੀਆਂ। ਤਾਂ ਅਸੀਂ ਬੇਨਤੀ ਕਰਦੇ ਹਾਂ, ਇਹ ਬੇਨਤੀ ਸਭ ਤੋਂ ਪਹਿਲਾਂ ਅਸੀਂ ਜੇ ਦੇਖੋ ਆਹ ਲਿਖਿਆ ਹੋਇਆ, ਆਹ ਸਾਰੀਆਂ ਸਮੱਸਿਆਵਾਂ ਹੈ ਪੰਜਾਬੀ ਦੀਆਂ। ਅਸੀਂ ਬੇਨਤੀ ਕਰਦੇ ਹਾਂ ਆਪਣੇ ਸਤਿਕਾਰਯੋਗ ਜਿਹੜੇ ਸਿੱਖਿਆ ਮੰਤਰੀ ਸਾਹਿਬ ਹੈਗੇ ਨੇ ਹਰਜੋਤ ਬੈਂਸ ਜੀ, ਤਾਂ ਇਹਨਾਂ ਨੂੰ ਸ਼ਾਇਦ ਵਿਦਿਆਰਥੀ ਮਿਲੇ ਵੀ ਆਪਦੇ ਲੈਵਲ ਤੇ, ਇਹਨਾਂ ਦੇ ਧਿਆਨ 'ਚ ਵੀ ਲਿਆਂਦਾ। ਤਾਂ ਮੈਨੂੰ ਪੂਰੀ ਉਮੀਦ ਆ ਵੀ ਇਹ ਕੁਛ ਨਾ ਕੁਛ ਜ਼ਰੂਰ ਕਰਨਗੇ, ਕਿਉਂਕਿ ਦੇਖੋ ਇੱਕ ਟੀਚਰ, ਮੈਂ ਸਟਾਰਟਿੰਗ 'ਚ ਬੋਲਿਆ ਕਿ ਟੀਚਰ ਪੂਰੇ ਸਮਾਜ ਦਾ ਕੀ ਹੁੰਦਾ, ਨਿਰਮਾਤਾ ਹੁੰਦਾ। ਤਾਂ ਜੇ ਟੀਚਰ ਨੂੰ ਚੁਣਨ ਵਾਸਤੇ ਆਪਾਂ ਕੁਤਾਹੀ ਕਰ ਦਾਂਗੇ, ਤਾਂ ਮੰਨ ਲਓ ਕੋਈ ਗਲਤ ਟੀਚਰ ਚੁਣਿਆ ਗਿਆ, ਤਾਂ ਉਹ ਕੀ ਆਪਣੇ ਸਮਾਜ ਨੂੰ ਦੇਣ ਦਊਗਾ। ਤਾਂ ਮੈਂ ਆਪਣੇ ਸਤਿਕਾਰਯੋਗ ਮੁੱਖ ਮੰਤਰੀ ਸਾਹਿਬ ਤੇ ਸਿੱਖਿਆ ਮੰਤਰੀ ਸਾਹਿਬ ਜੀ ਨੂੰ ਵੀ ਬੇਨਤੀ ਕਰਦਾ। ਠੀਕ ਹੈ, ਅਸੀਂ ਵੀ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਮਾਨ ਸਾਹਿਬ, ਵੀ ਅਸੀਂ ਤੁਹਾਨੂੰ ਇੱਕ ਇਮਾਨਦਾਰ ਲੀਡਰ ਦੇ ਵਜੋਂ, ਠੀਕ ਹੈ ਜੀ, ਦੇਖਦੇ ਹਾਂ। ਤੁਸੀਂ ਸਮੇਂ-ਸਮੇਂ ਸਿਰ ਇਤਿਹਾਸਿਕ ਫੈਸਲੇ ਲੈ ਕੇ ਇਸ ਪੰਜਾਬ ਦੇ ਹਿੱਤ ਵਾਸਤੇ ਕੰਮ ਕੀਤੇ ਹੈ।
ਹੁਣ ਚਲੋ ਮੈਂ ਇਹ ਨਹੀਂ ਕਹਿੰਦਾ, ਮੈਂ ਕੰਪੈਰੀਜ਼ਨ ਨਹੀਂ ਕਰਦਾ ਕਿਸੇ ਸਟੇਟ ਦਾ ਕਿਸੇ ਸਟੇਟ ਨਾਲ। ਜਿੱਥੇ ਕੋਈ ਚੰਗਾ ਕੰਮ ਹੁੰਦਾ ਉਹਦੀ ਪ੍ਰਸ਼ੰਸਾ ਕਰਨੀ ਬਣਦੀ ਹੈ। ਹੁਣ ਯੂਪੀ ਦੇ ਵਿੱਚ ਕੀ ਹੋਇਆ, ਮੈਨੂੰ ਬਹੁਤ ਵਧੀਆ ਨਿਊਜ਼ ਲੱਗੀ ਹੈ। ਜਿੱਦਾਂ ਦੀ ਨਿਊਜ਼ ਆਈ ਆ, ਮੈਂ ਅਰਦਾਸ ਕਰਦਾ ਪਰਮਾਤਮਾ ਅੱਗੇ ਪੰਜਾਬ ਦੇ ਵਿੱਚ ਵੀ ਹੋ ਜੇ। ਯੂਪੀ ਗਵਰਨਮੈਂਟ, ਜਿੱਥੇ ਆਦਿਤਿਆ ਯੋਗੀ ਨਾਥ ਜੀ ਮੁੱਖ ਮੰਤਰੀ ਆ, ਉਹਨਾਂ ਨੇ ਕੀ ਕੀਤਾ, ਟੀਚਰ ਦੀ ਰਿਕਰੂਟਮੈਂਟ ਵਾਸਤੇ, ਟੀਚਰਾਂ ਦੀ ਭਰਤੀ ਵਾਸਤੇ ਇੱਕ ਅਲੱਗ ਹੀ ਕਮਿਸ਼ਨ ਗਠਿਤ ਕਰਤਾ। ਜਿਵੇਂ ਆਪਣਾ ਇੱਥੇ ਕੀ ਆ ਜੀ, PSSS ਬੋਰਡ ਆ ਨਾ, ਪੰਜਾਬ ਸਟੇਟ ਠੀਕ ਹੈ ਸਬੋਰਡੀਨੇਟ ਬੋਰਡ, ਜਿਹੜਾ ਕਿ ਪੇਪਰ ਲੈਂਦਾ, ਜਿਵੇਂ PPSC ਹੈ, ਪੰਜਾਬ ਪਬਲਿਕ ਸਰਵਿਸ ਕਮਿਸ਼ਨ ਹੈ, ਉਵੇਂ ਇਹਨਾਂ ਨੇ ਇੱਕ ਨਾ ਆਟੋਨੋਮਸ ਬੋਡੀ ਯਾਨੀ ਕਿ ਕਮਿਸ਼ਨ ਕੀ ਕਰਤਾ ਜੀ, ਗਠਿਤ ਕਰਤਾ। ਕਾਹਦੇ ਵਾਸਤੇ? ਜਿਹੜੇ ਟੀਚਰਾਂ ਦੀ ਭਰਤੀ ਕਰਿਆ ਕਰੂਗਾ ਉੱਤਰ ਪ੍ਰਦੇਸ਼ ਦੇ ਵਿੱਚ। ਤਾਂ ਬਹੁਤ ਵਧੀਆ ਗੱਲ ਹੈ ਯਾਰ, ਇੱਕ ਅਲੱਗ ਬੋਰਡ ਹੋਣਾ ਚਾਹੀਦਾ ਹੈ। ਠੀਕ ਹੈ, ਬੋਰਡ ਜਦੋਂ ਹੋਊਗਾ ਸਭ ਕੁਝ ਸਹੀ ਹੋਊਗਾ। ਤਾਂ ਅਸੀਂ ਚਾਹੁੰਦੇ ਹਾਂ ਵੀ ਪੰਜਾਬ ਦੇ ਵਿੱਚ ਵੀ ਇਦਾਂ ਦੀ ਕੋਈ ਚੀਜ਼ ਕੀਤੀ ਜਾਵੇ। ਬਾਕੀ ਜੇ ਇਹਦੇ ਵਿੱਚ ਤੁਸੀਂ ਆਪਣੇ ਆਪ ਕਮੈਂਟ ਕਰਕੇ ਦੱਸਣਾ ਵੀ ਇਹ ਪੇਪਰ ਠੀਕ ਹੈ ਜੀ ਦੁਬਾਰਾ ਹੋਣਾ ਚਾਹੀਦਾ ਜਾਂ ਨਹੀਂ ਹੋਣਾ ਚਾਹੀਦਾ। ਪੇਪਰ 2 ਤਾਂ ਹੋਣ ਜਾ ਰਿਹਾ ਹੈ, ਲੇਕਿਨ ਪੇਪਰ 1 ਬਾਰੇ ਹਜੇ ਤੱਕ ਨਾ ਤਾਂ ਕੋਈ ਅਖਬਾਰ, ਨਾ ਕੋਈ ਮੰਤਰੀ ਜਾਂ ਨਾ ਕਿਸੇ ਮੀਡੀਆ ਨੇ ਇਹ ਨਿਊਜ਼ ਚੱਕੀ ਹੈ। ਤਾਂ ਇਹ ਤੁਹਾਡੇ ਸਾਹਮਣੇ ਮੈਂ ਖਾਮੀਆਂ ਰੱਖਤੀਆਂ। ਹੁਣ ਫੈਸਲਾ ਤੁਹਾਡੇ ਹੱਥ ਵਿੱਚ ਹੈ। ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ। ਪਰ ਅਸੀਂ ਬੇਨਤੀ ਕਰ ਸਕਦੇ ਹਾਂ, ਕਿਉਂਕਿ ਸਾਡੇ ਕੋਲ ਕੋਈ ਪਾਵਰ ਨਹੀਂ ਹੈਗੀ। ਸਾਡੀ ਪਾਵਰ ਕੌਣ ਨੇ? ਸਾਡੇ ਜਿਹੜੇ ਚੁਣੇ ਹੋਏ ਨੁਮਾਇੰਦੇ ਨੇ। ਠੀਕ ਹੈ ਜੀ, ਅਸੀਂ ਬਹੁਮਤ ਦੇ ਕੇ ਸਰਕਾਰ ਨੂੰ ਪਾਵਰ ਵਿੱਚ ਲੈ ਕੇ ਆਏ ਹਾਂ। ਤਾਂ ਅਸੀਂ ਮੁੱਖ ਮੰਤਰੀ ਭਗਵੰਤ ਮਾਨ ਜੀ ਤੇ ਸਤਿਕਾਰਯੋਗ ਸਿੱਖਿਆ ਮੰਤਰੀ ਆਪਣੇ ਹਰਜੋਤ ਬੈਂਸ ਜੀ ਅੱਗੇ ਬੇਨਤੀ ਕਰਦੇ ਆ, ਬੱਚਿਆਂ ਦੀਆਂ ਸਮੱਸਿਆਵਾਂ ਨੂੰ ਸੁਣਦੇ ਹੋਏ, ਮੱਦੇਨਜ਼ਰ ਰੱਖਦੇ ਹੋਏ ਇਸ ਪੇਪਰ ਨੂੰ ਵੀ ਦੁਬਾਰਾ ਤੋਂ ਦੁਬਾਰਾ ਜਲਦੀ ਕੰਡਕਟ ਕਰਾਇਆ ਜਾਵੇ, ਤਾਂ ਜੋ ਇੱਕ ਫੇਅਰ ਰਿਕਰੂਟਮੈਂਟ ਹੋ ਸਕੇ। ਜਿਹੜਾ ਬੱਚਾ ਅਸਲ ਵਿੱਚ ਮਿਹਨਤ ਕਰ ਰਿਹਾ ਉਹ ਅੱਗੇ ਆ ਸਕੇ, ਕਿਉਂਕਿ ਅਗਰ ਉਹ ਬੱਚਾ ਅੱਗੇ ਆਊਗਾ ਤਾਂ ਹੀ ਇੱਕ ਸਮਾਜ ਨੂੰ ਚੰਗੇ ਬੱਚਿਆਂ ਦੀ ਮਤਲਬ ਚੰਗੇ ਪ੍ਰੋਫੈਸ਼ਨ ਦੀ ਦੇਣ ਦੇ ਸਕਦਾ ਹੈ। ਤਾਂ ਹੀ ਉਸ ਦੇਖੋ ਆਪਾਂ ਸਕੂਲਾਂ ਵਿੱਚ ਪੜ੍ਹਿਆ ਲਿਖਦੇ ਹੁੰਨੇ ਲਿਖਿਆ ਪੜ੍ਹਦੇ ਹੁੰਨੇ ਆ ਕਿ ਸਿੱਖਣ ਲਈ ਆਓ ਤੇ ਸੇਵਾ ਲਈ ਜਾਓ। ਜੇ ਆਪਾਂ ਸਿੱਖ ਹੀ ਨਹੀਂ ਸਹੀ ਰਹੇ ਤੇ ਸੇਵਾ ਕੀ ਕਰਾਂਗੇ ਬਾਹਰ ਜਾ ਕੇ। ਤਾਂ ਚੰਗੇ ਅਧਿਆਪਕ ਦਾ ਹੋਣਾ ਬਹੁਤ ਜ਼ਰੂਰੀ ਹੈ, ਚੰਗੇ ਅਧਿਆਪਕ ਹੋਣੇ ਚਾਹੀਦੇ ਆ। ਠੀਕ ਹੈ ਜੀ, ਸ਼ੁਕਰੀਆ, ਧੰਨਵਾਦ। ਆਈ ਹੋਪ ਤੁਸੀਂ ਸਾਰੇ ਇਸ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖੋਗੇ। ਦੇਖਣ ਤੋਂ ਬਾਅਦ ਆਪਣਾ ਫਰਜ਼ ਸਮਝਦੇ ਹੋਏ ਸ਼ੇਅਰ ਕਰਿਓ ਜੀ। ਸ਼ੁਕਰੀਆ ਜੀ, ਧੰਨਵਾਦ। ਸਰਬਤ ਦਾ ਭਲਾ ਬਾਬਾ ਮਿਹਰ ਕਰੇ।